बिस्मिल्लाहिर्रहमानिर्रहीम अस्सलाम वालेकुम। अल्लाह ताला के रहम करम से आज की वीडियो स्टार्ट करते हैं। आज हम आपको लेके आए हैं जुल्फ़कार डेयरी फार्म पे। माशाल्लाह अंकल ने आज से 10 साल पहले 10 जानवरों से कारोबार स्टार्ट किया। इस टाइम इनके पास माशाल्लाह 40 से 50 जानवर मौजूद हैं। इस वीडियो में इनसे जानेंगे कि इतना तजर्बा इनका क्या है और ये जानवर इन्होंने कैसे बनाए, इतनी देर कैसे लगी, इसमें क्या खोया क्या पाया, मुकम्मल तफसील आपके साथ शेयर करेंगे। तो वीडियो को अख्ताम तक देखिएगा। हमारे चैनल को लाजमी सब्सक्राइब कीजिएगा। इसके अलावा हर जो बीमारी है उसका देसी इलाज इस वीडियो में आप तक पहुंचाएंगे। तो चलिए आइए अंकल का इंटरव्यू स्टार्ट करते हैं और आपके साथ अहम बातें शेयर करते हैं। मੱਝਾਂ ਦਾ ਕਾਰੋਬਾਰ ਕਰ ਰਹੇ ਜੇ ਕੋਈ 35 ਸਾਲ ਤੱਕ ਬਹੁਤ ਅੱਛਾ ਰਿਹਾ ਜੇ, ਬੜਾ ਅੱਲਾ ਦਾ ਕਰਮ ਰਿਹਾ ਜੇ। ਪਹਿਲੇ ਸ਼ੁਰੂ ਸਟਾਰਟਿੰਗ 10 ਮੱਝਾਂ ਤੋਂ ਸ਼ੁਰੂ ਕੀਤਾ। ਅੱਛਾ, ਅੱਲਾ ਦਾ ਕਰਮ ਹੈ। ਇਸ ਟਾਈਮ 35 ਗੁਣੇ ਵਾਸਤੇ ਉਹਨਾਂ ਵਾਸਤੇ ਮਸ਼ਵਰਾ ਇਹ ਹੀ ਹੈ ਕਿ ਉਹ ਖੰਗਲੇ ਡੰਗਰ ਲੈਣ, ਸੂਣ ਵਾਲੇ ਹੋਣ, ਉਹਨੂੰ ਤਿਆਰ ਕਰਕੇ ਤੇ ਵੇਚ ਛੱਡਣ। ਉਹਨਾਂ ਦੇ ਇਹ ਵੇ ਬੱਚਤ ਆ ਜੇ ਦੀ। अस्सलाम वालेकुम। ਵਾਲੇਕਮ ਸਲਾਮ। अंकल जी की हाल ने? ਅੱਲਾ ਦਾ ਕਰਮ ਜੀ। अंकल जी की ना है तो इलाका केड़ा है? ਨਾਮ ਮੇਰਾ ਜ਼ੁਲਫਕਾਰ ਅਹਿਮਦ ਜੀ, ਇਲਾਕਾ ਸੰਭਲਿਆਲ ਜੀ। ठीक हो गया। माशाल्लाह किन्ने अरसे तो मझां दा कारोबार कर रहे हो? ਮੱਝਾਂ ਦਾ ਕਾਰੋਬਾਰ ਕਰ ਰਹੇ ਜੇ ਕੋਈ 35 ਸਾਲ ਤੱਕ। 35 साल का तजर्बा तुहाडा कैसा रहा है? ਬਹੁਤ ਅੱਛਾ ਰਿਹਾ ਜੇ, ਬੜਾ ਅੱਲਾ ਦਾ ਕਰਮ ਰਿਹਾ ਜੇ। ਪਹਿਲੇ ਸ਼ੁਰੂ ਸਟਾਰਟਿੰਗ 10 ਮੱਝਾਂ ਤੋਂ ਸ਼ੁਰੂ ਕੀਤਾ। ਅੱਛਾ, ਅੱਲਾ ਦਾ ਕਰਮ ਹੈ। ਇਸ ਟਾਈਮ 35 ਗੁਣੇ ਗਾਈਆਂ ਮੱਝਾਂ। की खोया तो की पाया इस कारोबार तो? ਇਸ ਕਾਰੋਬਾਰ 'ਚ ਬਹੁਤ ਅੱਲਾ ਦਾ ਨਿਜ਼ਾਮ ਹੈ। ਅੱਲਾ ਤਾਲਾ ਨੇ ਬਹੁਤ ਨਫਾ ਦਿੱਤਾ ਇਹਦੇ 'ਚ ਜੀ। ਜ਼ਬਰਦਸਤ। ਮਾਸ਼ਾਅੱਲਾ ਇਸ ਟਾਈਮ ਤੁਹਾਡੇ ਕੋਲ ਫਾਰਮ ਤੇ ਕਿੰਨੇ ਜਾਨਵਰ ਮੌਜੂਦ ਨੇ? ਸਾਰੇ ਡੰਗਰ ਜਿਹੜੇ ਸਾਡੇ ਕੋਲ 40 ਜੇ। ਠੀਕ ਹੈ, ਗਾਈਆਂ ਤੇ ਮੱਝਾਂ ਪਾ ਕੇ। ਤੇ 40 ਵਿੱਚ ਤੁਹਾਡੇ ਕੋਲ ਨਸਲ ਕਿਹੜੀ ਕਿਹੜੀ, ਗਾਈਆਂ ਦੀ ਕਿਹੜੀ ਨਸਲ ਹੈ ਤੇ ਮੱਝਾਂ ਦੀ ਕਿਹੜੀ ਨਸਲ ਜੇ? ਗਾਈਆਂ ਜੇ ਸਾਡੇ ਕੋਲ ਆਸਟ੍ਰੇਲੀਅਨ ਜੇ, ਮੱਝਾਂ ਜਿਹੜੀਆਂ ਜੇ ਬੂਰੇ ਦੀਆਂ ਜੇ, ਕੋਈ ਵਿਹਾੜੀ ਦੀਆਂ ਜੇ, ਕੋਈ ਆਰਫਾਲੇ ਦੀਆਂ। ਅੱਛਾ, ਆਸਟ੍ਰੇਲੀਅਨ ਨਸਲ ਜਿਹੜੀ ਗਾਵਾਂ ਨੇ ਉਹਨਾਂ ਦੀ ਕੀ ਪਹਿਚਾਣ ਹੈ ਤੇ ਜਿਹੜੀ ਬੂਰੇ ਵਿਹਾੜੀ ਦੀ ਮੱਝਾਂ ਨੇ ਉਹਨਾਂ ਦੀ ਕੀ ਪਹਿਚਾਣ ਹੈ? ਆਸਟ੍ਰੇਲੀਅਨ ਦੀ ਗਾਂ ਜਿਹੜੀ ਜੇ ਉਹ ਕੱਦ ਜਿਹੜਾ ਠੀਕ ਉਹਦਾ ਹੁੰਦਾ ਹੈ, ਦੁੱਧ ਠੀਕ ਦਿੰਦੀ ਹੈ। ਠੀਕ ਹੈ, ਤੇ ਨਸਲ ਅੱਛੀ ਹੈ, ਦੁੱਧ ਚੰਗਾ ਕਰਦੀ ਹੈ। ਦੁੱਧ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਦਿੰਦੀ ਹੈ? ਜ਼ਿਆਦਾ ਤੋਂ ਜ਼ਿਆਦਾ 30 ਡੇਢ ਗੇੜ 30-32 ਕਿਲੋ ਡੇਢ ਗੇੜ ਤੇ ਕਰਦੀ। ਸਰ ਜਿਹੜੀ ਤੁਹਾਡੇ ਕੋਲ ਗਾਵਾਂ ਦੀ ਨਸਲ ਹੈ ਪਿਓਰ ਹੈ ਜਾਂ ਕਿ ਕ੍ਰਾਸ ਹੈ? ਜਿਹੜੀ ਅੱਧੀ ਜੇ ਉਹ ਕਰਾਸ ਜੇ, ਅੱਧੀ ਜਿਹੜੀ ਜੇ ਉਹ ਪਿਓਰ ਹੈ। ਤੇ ਪਿਓਰ ਗਰਮੀਆਂ ਵਿੱਚ ਮਸਲਾ ਨਹੀਂ ਕਰਦੀਆਂ? ਨਹੀਂ, ਉਹ ਅਸੀਂ ਪੱਖੇ ਉੱਤੇ ਲਾਏ ਹੁੰਦੇ ਨੇ। ਪੰਖੇ ਦੇ ਇਲਾਵਾ ਕੋਈ ਖੁਰਾਕ ਵਿੱਚ ਵੀ ਤਬਦੀਲੀ ਕਰਦੇ ਹੋ? ਖੁਰਾਕ 'ਚ ਵੀ ਠੰਡੀਆਂ ਛਾਵਾਂ ਦੇਈਦੀਆਂ ਜੇ। ਤੇ ਠੰਡੀਆਂ ਚੀਜ਼ਾਂ ਵਿੱਚ ਕੀ ਕੀ ਖਿਲਾਉਂਦੇ ਹੋ ਉਹਨਾਂ ਨੂੰ? ਤਾਰਾ ਮੀਰਾ। ਇਸ ਤੋਂ ਇਲਾਵਾ ਤਾਰਾ ਮੀਰੇ ਤੋਂ ਇਹ ਵੇ ਕੋਈ ਪਾਊਡਰ ਜਿਹੜੇ ਨੇ ਉਹ ਸਟੋਰਾਂ ਤੋਂ ਮਿਲਦੇ ਨੇ ਜੀ, ਉਹ ਦੇਈਦੇ ਨੇ ਇਹਨਾਂ ਨੂੰ। ਠੀਕ ਹੈ। ਦੇ ਇਸ ਤੋਂ ਇਲਾਵਾ ਸਰ ਤੁਹਾਡੀਆਂ ਜਿਹੜੀਆਂ ਮੱਝਾਂ ਦੀ ਨਸਲ ਹੈ ਉਹਨਾਂ ਦਾ ਅਸੀਂ ਜਿਹੜਾ ਨਾ ਪੁੱਛਾਂਦੇ ਕਿ ਉਹਨਾਂ ਦੀ ਕੀ ਖੂਬੀ ਹੈ ਤੇ ਕੀ ਪਹਿਚਾਣ ਹੈ? ਉਹਨਾਂ ਦੀ ਖੂਬੀ ਤੁਹਾਨੂੰ ਦੱਸਿਆ ਹੈ ਕਿ ਆਰਫ ਵਾਲੇ ਦੀ ਮੈਂ ਜਿਹੜੀ ਹੈ ਨਾ, ਉਹ ਇੱਕ ਵਾਰੀ ਆ ਕੇ ਪਾਣੀ ਲਾਗ ਹੁੰਦਾ ਉਹਨਾਂ ਨੂੰ। ਅੱਛਾ, ਫਿਰ ਉਹ ਆਸਤਾ ਆਸਤਾ ਮਹੀਨੇ ਸੈੱਟ ਹੋ ਜਾਂਦੀਆਂ ਨੇ। ਤੇ ਪਾਣੀ ਲਾਗਦਾ ਕੋਈ ਟੀਕੇ ਲਾਈਦੇ ਨੇ। ਇਹ ਟੀਕੇ ਦਾ ਕੋਈ ਨਾਮ ਹੁੰਦਾ? ਟੀਕੇ ਫਾਸੀ ਟੀਕੇ ਲਾਈਦੇ ਜੇ। ਪੈਰਾਮਾਈਸਿਨ ਲਾ ਲਓ, ਹਾਂਜੀ, ਆਲਮਕਸ ਲਾ ਲਓ, ਇਹ ਲਾ ਲਓ ਦਈਦੇ ਨੇ। ਠੀਕ ਹੈ ਜੀ ਸਰ, ਤੁਹਾਡਾ ਜਾਨਵਰਾਂ ਦਾ ਕਾਫੀ ਜ਼ਿਆਦਾ ਤਜਰਬਾ ਹੈ। ਜਿਹੜੀ ਸਭ ਤੋਂ ਅੱਛੀ ਨਸਲ ਦੀ ਮੈਂ ਵੇ ਜੀ, ਉਹਦੀ ਕੀ ਖੂਬੀ ਹੁੰਦੀ ਹੈ, ਕੀ ਪਹਿਚਾਣ ਹੁੰਦੀ ਹੈ ਜਿਹੜੀ ਮੈਂ ਜ਼ਿਆਦਾ ਦੁੱਧ ਦਿੰਦੀ ਹੈ? ਜ਼ਿਆਦਾ ਮੱਝ ਦੁੱਧ ਜਿਹੜੀ ਹੈ ਨਾ, ਤੁਹਾਨੂੰ ਦੱਸਿਆ ਹੈ ਕਿ 3 ਨਸਲ ਦੀ ਮੱਝ ਜਿਹੜੀ ਉਹ ਦੁੱਧ ਅੱਛਾ ਦਿੰਦੀ ਹੈ। ਚੀਚਾ ਵਤਨੀ, ਆਰਫ ਵਾਲਾ ਤੇ ਇਹ ਜਿਹੜੀ ਹੈ ਤਾਂਦਲਾ। ਇਹ 3 ਨਸਲ ਦੀ ਮੱਝ ਜਿਹੜੀ ਦੁੱਧ ਚੰਗਾ ਦਿੰਦੀ। ਤੇ ਇਹਨਾਂ ਦੀ ਕੀ ਖੂਬੀ ਹੈ, ਕੀ ਪਹਿਚਾਣ ਹੈ? ਆਮ ਬੰਦੇ ਨੂੰ ਕਿੰਜ ਪਤਾ ਚੱਲੇਗਾ ਕਿ ਇਹ ਮੈਂ ਉਹ ਨਸਲ ਦੀ? ਇਹਨਾਂ ਦਾ ਕੱਦ ਦਰਮਿਆਨਾ ਹੁੰਦਾ ਹੈ, ਨਸਲ ਇਹਨਾਂ ਦੀ ਚੰਗੀ ਹੁੰਦੀ ਹੈ, ਬਹਾਨਾ ਸ਼ਾਨਾ ਠੀਕ ਹੁੰਦਾ, ਥਣ ਠੀਕ ਹੁੰਦੇ ਨੇ। ਇਹ ਪਛਾਣ ਇਹਨਾਂ ਦੀ ਹੁੰਦੀ ਹੈ। ਤੇ ਨੀਲੀ ਰਾਵੀ ਦੇ ਬਾਰੇ ਚ ਕੀ ਖਿਆਲ ਜੇ? ਲੋਕ ਤੇ ਕਹਿੰਦੇ ਨੇ ਨੀਲੀ ਦੀ ਮੈਂ ਨੰਬਰ 1 ਨਹੀਂ। ਨੀਲੀ ਦੀ ਮੈਂ ਨਾ ਹਾਂ ਕਦੀ ਆਂਦੀ ਜੇ, ਨਾ ਸਾਨੂੰ ਪਤਾ ਜੇ। ਉਹ ਦੱਸਦੇ ਨੇ ਕਿ ਸੁਣਿਆ ਆਇਆ ਸੀ ਕਿ ਨੀਲੀ ਦੀ ਮਾਂ ਚੰਗੀ ਹੁੰਦੀ ਹੈ। ਤੁਸੀਂ ਅਜੇ ਤੱਕ ਕੋਈ ਮੱਝ ਰੱਖੀ ਨਹੀਂ ਨੀਲੀ ਦੀ? ਨਹੀਂ ਆਹ ਨਹੀਂ ਆਉਂਦੀ। ਕੀ ਵਜ੍ਹਾ ਵੇ ਅੱਜ ਕੱਲ ਨੀਲੀ ਦੀਆਂ ਮੱਝਾਂ ਕਿਉਂ ਘੱਟ ਹੋ ਰਹੀਆਂ ਨੇ, ਖਤਮ ਹੋ ਰਹੀਆਂ ਨੇ ਹੌਲੀ ਹੌਲੀ? ਨੀਲੀ ਵੇਖੋ ਨਾ, ਹੁਣ ਇਹ ਜਿਹੜੇ ਨਾ ਛੁਰੀ ਜਿਹੜੀ ਇਹ ਲਈ ਜਾਂਦੀ ਹੈ, ਜਿਹੜੇ ਮੱਝ ਕੋਲ ਲਿਆਉਂਦਾ ਵੀ ਇਹ ਨਸਲੀ ਜਦੋਂ ਟੱਪਦੀ ਉਹ ਛੁਰੀ ਵਾਲਿਆਂ ਨੂੰ ਲੋਕ ਦਿੰਦੇ ਨੇ, ਅੱਗੋਂ ਫਿਰ ਤਾਜ਼ੀ ਮੱਝ ਲੈ ਆਉਂਦੇ। ਇਹ ਹਿਸਾਬ ਬਣ ਗਿਆ। ਅੱਛਾ ਅੰਕਲ ਜੀ, ਇੱਕ ਅਹਿਮ ਸਵਾਲ ਪੁੱਛਾਂਗਾ। ਇਨਸਾਨ ਨੂੰ ਕਾਰੋਬਾਰ ਜਿਹੜਾ ਵੇ ਉਹ ਖਾਂਗੜਾ ਮੱਝਾਂ ਤੋਂ ਕਰਨਾ ਚਾਹੀਦਾ ਵੇ ਕਿ ਡਾਇਰੈਕਟ ਜਿਹੜਾ ਵੇ ਉਹ ਜਿਹੜੀ ਸੂਈ ਮੱਝਾਂ ਲਿਆਉਣੀ ਚਾਹੀਦੀਆਂ? ਨਾ, ਖੰਗੜੀ ਮੱਝ ਦਾ। ਜਿਹੜੇ ਨਵੇਂ ਦੋਸਤ ਨੇ ਉਹਨਾਂ ਨੂੰ ਕੀ ਕਰਨਾ ਉਹਨਾਂ ਨੂੰ ਚਾਹੀਦਾ? ਇਹ ਤਜਰਬਾ ਕਰਨਾ ਚਾਹੀਦਾ ਹੈ। ਕੀ ਇਹਦੀ ਵਜ੍ਹਾ ਹੈ? ਇਹਦੀ ਵਜ੍ਹਾ ਇਹ ਵੇ ਖੰਗੜੀ ਮੱਝ ਤੁਸੀਂ ਲਓ ਦੇ ਉਹ ਲੱਖ ਸਵਾ ਦੀ ਮਿਲਦੇ ਦੀ, ਜਿਹੜੀ ਤਾਜ਼ੀ ਲਓ ਦੇ ਉਹ ਤੁਹਾਨੂੰ 2.5 ਤੋਂ ਥੱਲੇ ਨਹੀਂ ਮਿਲਣ ਲੱਗੀ। ਉਹ ਸਾਲ ਜਦੋਂ ਤੁਹਾਡੇ ਪੈਸੇ ਨਹੀਂ ਪੂਰੇ ਕਰ ਸਕਦੀ। ਅੱਛਾ, ਠੀਕ ਹੈ, ਤੇ ਇਹ ਵੇ ਬਿਹਤਰ ਕਿ ਖੰਗੜੀ ਮੱਝ ਲਓ। ਅੱਛਾ ਅੰਕਲ ਜੀ, ਇੱਕ ਚੰਗੀ ਨਸਲ ਜਿਹੜੀ ਮੱਝ ਹੈ ਉਹ ਇੱਕ ਜਿਹੜੀ ਮੱਝ ਉਹ ਕਿੰਨੇ ਦੀ ਮਿਲ ਜਾਂਦੀ ਹੈ?
ਉਹ ਚੰਗੀ ਇਸ ਟਾਈਮ ਜਿਹੜੀ ਲੈ ਰਹੇ ਹੋ ਤੁਸੀਂ, ਉਹ 3 ਤੋਂ 3.5 ਤੱਕ ਹੋ ਸਕਦੀ ਹੈ, ਇਸ ਤੋਂ ਥੱਲੇ ਨਹੀਂ ਮਿਲਦੀ ਜਿਹੜੀ ਅੱਛੀ ਮੱਝ ਹੈ। ਸਹੀ ਹੋ ਗਿਆ। 3 ਤੋਂ 3.5 ਦੀ ਅਗਰ ਇੱਕ ਅਸੀਂ ਮੱਝ ਲਿਆਉਂਦੇ ਹਾਂ, ਉਹ ਕਿੰਨੀ ਦੇਰ ਦੁੱਧ ਦੇਗੀ? ਉਦੋਂ ਤੁਹਾਨੂੰ 6 ਮਹੀਨੇ 7 ਫਿਰ ਘਟ ਜੇ। ਸਰ ਤੁਸੀਂ ਮਾਸ਼ਾਅੱਲਾ ਪਹਿਲੇ 10 ਮੱਝਾਂ ਤੋਂ ਕੰਮ ਸ਼ੁਰੂ ਕੀਤਾ ਸੀ, ਇਸ ਟਾਈਮ ਕਾਫੀ ਰੌਣਕ ਲੱਗੀ ਹੈ, ਤੁਸੀਂ ਇਹ ਕੰਮ ਵਿੱਚ ਕਾਮਯਾਬ ਹੋ। ਜੀ ਕੁਝ ਲੋਕ ਨਾਕਾਮ ਵੀ ਹੁੰਦੇ ਨੇ, ਤੁਹਾਡੀ ਕਾਮਯਾਬੀ ਦੀ ਕੀ ਵਜ੍ਹਾ? ਨਕਾਮ ਉਹ ਬੰਦੇ ਹੁੰਦੇ ਨੇ ਜਿਹੜਾ ਆਪਣੇ ਹੱਥੀ ਨਹੀਂ ਕਰਦੇ, ਨਕਾਮ ਉਹ ਬੰਦੇ ਹੁੰਦੇ ਨੇ ਜਿਹੜੇ ਸਿਰਫ ਮੁਲਾਜ਼ਮਾਂ ਤੇ ਰਹਿੰਦੇ ਜੀ ਜੀ। ਤੇ ਤੁਸੀਂ ਖੁਦ ਕਰਦੇ ਹੋ ਪਏ ਜਾਂ ਮੁਲਾਜ਼ਮ? ਅਸੀਂ ਖੁਦ ਕਰਨੇ ਆ, ਨਾ ਮੁਲਾਜ਼ਮ ਨੇ ਨਾਲ ਆਪੇ ਖੁਦ ਕਰਦੇ। 40 ਜਾਨਵਰਾਂ ਵਾਸਤੇ ਕਿੰਨੇ ਮੁਲਾਜ਼ਮ ਨੇ ਤੇ ਤੁਸੀਂ ਆਪੀ ਕਿੰਨੇ ਭਾਈ ਹੋ? ਅਸੀਂ 2 ਭਾਈ ਆ, 2 ਭਤੀਜੇ ਨੇ, 2 ਮੁਲਾਜ਼ਮ ਨੇ। ਠੀਕ ਹੈ, ਯਾਨੀ ਕਿ 6 ਤੁਸੀਂ 6 ਬੰਦੇ ਆ। ਠੀਕ 6 ਬੰਦੇ ਮਿਲ ਕੇ ਤੁਸੀਂ ਆ ਕੰਮ ਜਿਹੜਾ ਨਾ ਚਲਾ ਰਹੇ ਜੀ। ਹੋ। ਤੇ ਸਰ ਇਹਨਾਂ ਦਾ ਜਿਹੜੇ ਚਾਰੇ ਦਾ ਬੰਦੋਬਸਤ ਜੀ। ਹੈ ਤੁਸੀਂ ਆਪਣੀ ਜ਼ਮੀਨ ਹੈ ਜਾਂ ਕਿ ਠੇਕੇ ਤੇ ਕੀਤਾ ਹੈ? ਨਹੀਂ ਆਪਣੀ ਜ਼ਮੀਨ ਦਾ ਕਰ। 40 ਜਾਨਵਰਾਂ ਵਾਸਤੇ ਕਿੰਨੇ ਕਿੱਲੇ ਪੱਠੇ ਕਾਸ਼ਤ ਕੀਤੇ ਜੇ? 7 ਕਿੱਲੇ ਸਟਾਲਾ ਜੇ, 5 ਕਿੱਲੇ ਕਣਕ ਜੇ। ਅੱਛਾ 12 ਕਿੱਲੇ ਤੂੜੀ ਜੇ। ਹਾਂਜੀ ਤੂੜੀ ਕਿੰਨੀ ਸਟੋਰ ਕਰਦੇ ਹੋ ਸਾਲ ਦੀ? ਤੂੜੀ ਅਸੀਂ ਕਮ ਸੇ ਕਮ ਕੋਈ 900 ਮਣ ਕਰਦੇ ਆ ਸਾਲ ਦੀ ਜੀ। ਵੰਡਾ ਕਿੰਨਾ ਇਸਤੇਮਾਲ ਕਰਾਉਂਦੇ ਇਹਨਾਂ ਨੂੰ ਹਰ ਰੋਜ਼? ਵੰਡਾ ਰੋਜ਼ਾਨਾ ਦੇ 1 ਤੋੜਾ ਜੇ ਫੀਡ ਵਾਲਾ, 2 ਤੋੜੇ ਚੌਖਰ ਜੇ। ਫੀਡ ਕਿਹੜੀ? ਜਿਹੜਾ ਸੱਜਰੀਆਂ ਨੂੰ ਪਾਉਂਦੇ ਆ, ਨੈਸ਼ਨਲ ਵੰਡਾ ਜੀ। ਅੱਛਾ ਸਿਰਫ ਸੱਜਰੀਆਂ ਨੂੰ ਵੰਡਾ ਪਾਉਂਦੇ ਹੋ? ਹਾਂਜੀ, ਦੂਜੀਆਂ ਪਛੜੀਆਂ ਨੂੰ ਪਾਉਂਦੇ। ਉਹਨਾਂ ਨੂੰ ਕਿਉਂ ਨਹੀਂ ਪਾਉਂਦੇ, ਕੀ ਵਜ੍ਹਾ ਹੈ? ਉਹਨਾਂ ਨੂੰ ਇਹ ਪੱਠਾ ਅੱਜਕੱਲ ਆਮ ਹੁੰਦਾ ਹੈ ਤੇ ਇਸ ਵਜ੍ਹਾ ਨਾਲ ਨਹੀਂ ਪਾਈਦਾ ਉਹਨਾਂ ਨੂੰ। ਅੱਛਾ ਅੰਕਲ ਜੀ, ਸੱਜਰੀਆਂ ਮੱਝਾਂ ਨੂੰ ਸੱਜਰੀ ਮੱਝ ਨੂੰ ਰੋਜ਼ਾਨਾ ਦਾ ਕਿੰਨਾ ਵੰਡਾ ਇਸਤੇਮਾਲ ਕਰਵਾ ਰਹੇ ਹੋ ਇੱਕ ਨੂੰ? 5 ਕਿਲੋ। 5 ਕਿਲੋ? ਹਾਂਜੀ 2.5 ਕਿਲੋ ਸਵੇਰ, 2.5 ਕਿਲੋ 5 ਕਿਲੋ ਵੰਡਾ ਇਸਤੇਮਾਲ ਕਰਨ ਤੋਂ ਬਾਅਦ ਉਹ ਮੱਝ ਤੁਹਾਨੂੰ ਕਿੰਨਾ ਦੁੱਧ ਦੇ ਰਹੀ ਹੈ? ਮੱਝ ਜਿਹੜੀ ਹੈ ਨਾ ਤਾਜ਼ੀ, ਉਹ ਦੁੱਧ ਤੇ 15-16 ਸਿਰ ਕਰਦੀ ਹੈ, 14 ਤੋਂ ਲੱਗ ਕੇ। ਤੇ ਜਿਹੜੀ ਖੰਗੜੀ ਉਹ ਘੱਟ ਕਰ ਲੈਂਦੀ ਹੈ। ਅੱਛਾ, ਅਗਰ ਸਰ ਜਾਨਵਰ ਕੋਲੋਂ ਦੁੱਧ ਜ਼ਿਆਦਾ ਲੈਣਾ ਹੋਏ ਤੇ ਉਹਦੀ ਖੁਰਾਕ ਕਿਸ ਕਿਸਮ ਦੀ ਹੋਣੀ ਚਾਹੀਦੀ? ਉਹਨੂੰ ਕੀ ਖਿਲਾਇਆ ਪਿਲਾਇਆ ਜਾਏ ਕਿ ਦੁੱਧ ਜ਼ਿਆਦਾ ਦੇ? ਖੁਰਾਕ ਵੇਖੋ, ਜਿਸ ਵੇਲੇ ਡੰਗਰ ਸੂਣ ਵਾਲਾ ਹੁੰਦਾ ਹੈ ਉਹਨੂੰ ਘਿਓ ਦੇਵੋ, ਤੇਲ ਛਿਲ ਦੇਵੋ, ਫਿਰ ਉਹ ਡੰਗਰ ਜਿਹੜਾ ਸੂਪੇ ਤੇ ਉਹ ਦੁੱਧ ਠੀਕ ਦਿੰਦਾ ਹੈ। ਅੱਛਾ ਜੀ। ਯਾਨੀ ਕਿ ਜਦੋਂ ਉਹ ਸੂਣ ਦੇ ਕਰੀਬ ਹੁੰਦਾ ਉਹਦੀ ਉਦੋਂ ਹੀ ਤਿਆਰੀ ਅੱਛੀ ਕਰੋ। ਹਾਂਜੀ ਬਿਲਕੁਲ ਠੀਕ ਹੈ। ਅਗਰ ਸੂਣ ਵਾਲੇ ਡੰਗਰ ਨੂੰ ਤੁਸੀਂ ਕੋਈ ਨਹੀਂ ਦਿੰਦੇ ਤੇ ਉਹ ਫਿਰ ਸੂ ਕੇ ਕੱਖ ਨਹੀਂ ਦੇਗਾ। ਤੇ ਉਹਦੀ ਅੱਛੀ ਤਿਆਰੀ ਕਿੰਜ ਘਿਓ ਤੇ ਤੇਲ ਨਾਲ ਹੀ ਹੋ ਸਕਦੀ ਜਾਂ ਕਿ ਕੁਝ ਵੱਡਾ ਪਾਓ ਨਾ ਉਹਨੂੰ, ਖਾਲ ਪਾਓ, ਵੜੇਵੇਂ ਪਾਓ। ਠੀਕ ਹੈ। ਉਹ ਇਹ ਸੂਣ ਤੋਂ ਪਹਿਲਾਂ ਤਿਆਰ ਹੋ ਜਾਂਦਾ ਡੰਗਰ ਜੀ। ਅੱਛਾ ਉਹਦੀ ਸਿਹਤ ਹੋ ਜੇ ਫਿਰ ਸੂ ਕੇ ਦੁੱਧ ਠੀਕ ਦਿੰਦਾ। ਜਾਂ ਜ਼ਾਹਿਰ ਸੂ ਕੇ ਡੰਗਰ ਕਮਜ਼ੋਰ ਹੁੰਦਾ। ਜੀ। ਤੇ ਸਰ ਤੁਸੀਂ ਆਪਣੇ ਜਾਨਵਰਾਂ ਦੀ ਕੀ ਰੂਟੀਨ ਰੱਖੀ ਹੈ? ਇਹਨਾਂ ਨੂੰ ਰੋਜ਼ਾਨਾ ਕੀ ਖਿਲਾਉਂਦੇ ਪਲਾਉਂਦੇ? ਅਸੀਂ ਇਹ ਰੋਜ਼ਾਨਾ ਸਿਆਲ 'ਚ ਤੇਲ ਦੇਈਦਾ ਜੇ, ਤਿਲਾਂ ਦਾ, ਗਰਮੀਆਂ 'ਚ ਸਰੋਂ ਦਾ ਦੇਈਦਾ। ਅੱਛਾ, ਤਿਲਾਂ ਦੇ ਤੇਲ ਦੀ ਕੀ ਵਜ੍ਹਾ ਹੈ? ਤਿਲਾਂ ਦਾ ਤੇਲ ਇਹ ਵੀ ਨਾ, ਜਿਸ ਤਰ੍ਹਾਂ ਬੰਦਾ ਦੇਸੀ ਘਿਓ ਖਾਂਦਾ ਨਾ, ਇਸੇ ਤਰ੍ਹਾਂ ਇਹ ਮੱਝ ਜਿਹੜੀ ਹੈ ਇਹਨੂੰ ਤਿਲਾਂ ਦਾ ਤੇਲ ਦਈਏ, ਗਾਂ ਨੂੰ ਦਈਏ, ਮੱਝ ਨੂੰ ਦਈਏ, ਇਹਦੇ ਵਾਸਤੇ ਬਿਹਤਰ ਰਹਿੰਦਾ। ਸਰਦੀ ਜਿਹੜੀ ਹੈ ਇੰਨੀ ਮਹਿਸੂਸ ਨਹੀਂ ਕਰਦਾ। ਤੇ ਗਰਮੀ ਵਿੱਚ ਸਰੋਂ ਦਾ ਤੇਲ ਅੱਛਾ ਹੁੰਦਾ? ਸਰੋਂ ਦਾ ਤੇਲ ਉਹ ਦਹੀਂ 'ਚ ਦਵੋ, ਉਹ ਬਿਹਤਰ ਰਹਿੰਦਾ। ਠੀਕ ਹੈ। ਤੇ ਇਸ ਤੋਂ ਇਲਾਵਾ ਸਰ ਚਾਰੇ ਦੇ ਵਿੱਚ, ਤੂੜੀ ਵਿੱਚ ਤੁਸੀਂ ਇਹਨਾਂ ਨੂੰ ਕੀ ਖਿਲਾ ਰਹੇ ਹੋ? ਚਾਰੇ 'ਚ ਤੂੜੀ ਤੇ ਵੰਡਾ ਹੀ, ਬਸ ਇਹ 2-3 ਚੀਜ਼ਾਂ। ਇਹ ਦੋਵੇਂ ਟਾਈਮ ਇਹ ਰੂਟੀਨ ਰੱਖੀ ਹੈ? ਹਾਂਜੀ। ਅੱਛਾ ਸਰ, ਮਾਸ਼ਾਅੱਲਾ ਤੁਹਾਡੇ ਕੋਲ ਜਾਨਵਰਾਂ ਦਾ ਕਾਫੀ ਤਜਰਬਾ ਹੈ। ਇਸ ਟਾਈਮ ਤੁਹਾਡੇ ਫਾਰਮ ਤੇ ਟੋਟਲ ਕਿੰਨੇ ਜਾਨਵਰ ਦੁੱਧ ਦੇ ਰਹੇ ਨੇ? ਇਸ ਟਾਈਮ ਸਾਡੇ ਜਾਨਵਰ ਜਿਹੜੇ ਨੇ, ਗਾਈਆਂ ਜਿਹੜੀਆਂ ਨੇ ਉਹ 5 ਦੇ ਰਹੀਆਂ ਨੇ, ਮੱਝਾਂ ਜਿਹੜੀਆਂ ਜੇ ਉਹ ਕੋਈ 15 ਕੁ ਦੇ ਰਹੀਆਂ ਜੀ। ਯਾਨੀ 20 ਜਾਨਵਰ ਦੁੱਧ ਦੇ ਰਹੇ ਨੇ? ਹਾਂਜੀ 20 ਜਾਨਵਰਾਂ ਦਾ ਰੋਜ਼ਾਨਾ ਦਾ ਕਿੰਨਾ ਦੁੱਧ ਹੋ ਜਾਂਦਾ? ਇਹ ਏਰੀਆ ਇਹਦਾ ਪੱਕਾ ਨਹੀਂ ਹੋ ਸਕਦਾ, ਇਹ ਕਿਸੇ ਵੇਲੇ ਵੱਧ ਕਿਸੇ ਵੇਲੇ ਘੱਟ। ਅੱਛਾ ਠੀਕ ਹੈ, ਇਹਨਾਂ ਦੇ ਅੰਦਰ ਕੋਈ ਤੁਲ ਮੇਨ ਕੇ ਨਹੀਂ ਪਾਇਆ ਹੁੰਦਾ। ਜੀ। ਇਹ ਵੇ ਬੇਜ਼ਬਾਨ ਮਾਲ ਹੈ, ਕੋਈ ਵੱਧ ਖੁਸ਼ ਹੋ ਕੇ ਮੇਰੇ ਪਿਆ ਉਦੋਂ ਜ਼ਿਆਦਾ ਦੇ ਹੜਿਆ, ਜਾਂ ਥੋੜਾ ਜਿਹਾ ਨਾ ਖੁਸ਼ ਹੋਈ ਉਦੋਂ ਘੱਟ ਦੇ ਹੜਿਆ। ਜੀ। ਤੇ ਅੰਦਾਜ਼ਨ ਕਿੰਨਾ ਕੇ? ਅੰਦਾਜ਼ਨ ਇਹ ਕੋਈ 2 ਕਿਲੋ ਦਾ ਫਰਕ ਪੈ ਜਾਂਦਾ, ਹੋਰ ਜ਼ਿਆਦਾ ਨਹੀਂ ਪੈਂਦਾ। ਅੱਛਾ ਅੰਕਲ ਜ਼ਿਆਦਾ ਜੀ, ਤੇ ਇੱਥੋਂ ਹੀ ਪੈਂਦਾ ਜਦੋਂ ਬਿਮਾਰ ਡੰਗਰ ਹੋ ਜੇ ਨਾ, ਫਿਰ ਜ਼ਿਆਦਾ ਪੈ ਜਾਂਦਾ। ਇਹਨਾਂ ਨੂੰ ਬਿਮਾਰੀਆਂ ਕਿਹੜੀਆਂ ਲੱਗਦੀਆਂ ਨੇ ਤੇ ਕਿਹੜੇ ਮੌਸਮ 'ਚ ਲੱਗਦੀਆਂ ਨੇ? ਬਿਮਾਰੀਆਂ ਇਹਨਾਂ ਦਾ ਮੌਸਮ ਨਾਲ ਕੋਈ ਤਲਕ ਵਾਸਤਾ ਨਹੀਂ। ਜ਼ਿਆਦਾ ਬਿਮਾਰੀ ਇਹਨਾਂ ਨੂੰ ਇਹ ਚੰਦਰੀ ਹੋ ਗਈ, ਬੁਖਾਰ ਹੋ ਗਿਆ। ਠੀਕ ਹੈ। ਜਾਂ ਉਹ ਇੱਕ ਅੱਲਾ ਮਾਫੀ ਦੇ ਮੁੱਕਰ ਦਾ ਆਉਂਦਾ ਹੈ ਵਾਇਰਸ, ਹਾਂ ਇਹ ਕੂੜ ਦੀ ਬਿਮਾਰੀ ਹੁੰਦੀ, ਐਸਾ ਉਹ ਹੁੰਦੀ ਹੈ। ਉਹਦੇ ਨਾਲ ਜਿਹੜਾ ਉਹ ਥੋੜੀ ਜਿਹੀ ਬਿਮਾਰੀ ਲੰਮੀ ਹੋ ਜਾਂਦੀ ਹੈ, ਮਹੀਨੇ ਦੂਰ ਤੇ ਜਾ ਡੰਗਰ ਨੂੰ ਪਾਉਂਦੀ। ਤੇ ਚੰਦਰੀ ਤੇ ਜਿਹੜਾ ਬੁਖਾਰ ਉਹਦਾ ਕੋਈ ਦੇਸੀ ਇਲਾਜ ਹੈ? ਦੇਸੀ ਇਲਾਜ ਉਹਦਾ ਤੁਹਾਨੂੰ ਦੱਸਿਆ ਮਿਰਚਾਂ ਹੀ ਹੈ। ਚੰਦਰੀ ਦਾ? ਜੀ। ਸਬਜ਼ ਮਿਰਚਾਂ? ਹਾਂ ਸਬਜ਼ ਮਿਰਚਾਂ ਨਹੀਂ, ਹਰੀ ਮਿਰਚ। ਸਬਜ਼ ਮਿਰਚ, ਸਬਜ਼ ਨਹੀਂ, ਲਾਲ ਮਿਰਚ, ਸੌਰੀ ਲਾਲ ਮਿਰਚ ਜਿਹੜੀ ਹੈ ਨਾ, ਉਹਨੂੰ ਇਹ ਵੇਖ ਕੇ ਤੁਸੀਂ ਘਿਓ 'ਚ ਭੁੰਨ ਲਓ, ਭੁੰਨ ਕੇ ਤੇ ਉਹਨਾਂ ਨੂੰ ਦਿਓ। ਦਾਦੜ, ਸੌਰੀ ਲਾਲ ਮਿਰਚ 2 ਕਿਸਮ ਨੇ, ਦਾਦੜ ਤੇ ਬਰੀਕ, ਕਿਹੜੀ ਇਸਤੇਮਾਲ ਕਰਨੀ ਚਾਹੀਦੀ ਹੈ? ਨਹੀਂ, ਲਾਲ ਮਿਰਚ ਜਿਹੜੀ ਹੈ ਨਾ, ਇਹ ਜਿਹੜੀ ਹੈ ਨਾ ਦਾਦੜ, ਇਹਨੂੰ ਘਿਓ 'ਚ ਭੁੰਨ ਲਓ, ਇੱਕ ਬਾਅਦ ਦੇ ਕਾਗਜ਼ 'ਚ ਵਲੇਟ ਕੇ ਖੁਸ਼ ਕਰਕੇ ਦੇ ਲਓ। ਤੇ ਜਿਹੜੀ ਵੇ ਨਾ ਸਾਬਤ ਲਾਲ, ਉਹਨੂੰ ਤੁਸੀਂ ਬਾਲ ਲੈਣਾ ਪਾਣੀ ਦੇ ਵਿੱਚ, ਬਾਲ ਕੇ ਤੇ ਫਿਰ ਉਹਨੂੰ ਦੁੱਧ 'ਚ ਪਾ ਕੇ ਦੇ ਲੈਣਾ।
ਅੱਛਾ ਅੰਕਲ ਜੀ, ਜਿਹੜਾ ਡੰਗਰ ਦੁੱਧੋਂ ਨਹੀਂ ਟੁਰਦਾ ਕੋਈ ਵੀ, ਉਹਨੂੰ ਕੀ ਦੇਣਾ ਚਾਹੀਦਾ? ਉਹਨੂੰ ਅਲਸੀ ਦੀਆਂ ਖੀਰਾ ਦਿਓ ਅਲਸੀ ਦੀਆਂ ਖੀਰਾਂ ਜੀ। ਕਿੰਨੀ ਮਿਕਦਾਰ ਦੇਣੀ ਚਾਹੀਦੀ ਹੈ ਤੇ ਕਿੰਨੇ ਦਿਨ ਦੇਣੀ ਚਾਹੀਦੀ ਆਟਾ ਹੈ? ਹੋਏ ਪਾਟ ਆ 8 ਦਿਨ ਤੋਂ ਵੱਧ ਨਾ ਦਿਓ। 8 ਦਿਨ ਤੋਂ ਕਿਸ ਟਾਈਮ ਦੇਣੀ ਚਾਹੀਦੀ ਹੈ? ਉਹਨੂੰ ਸ਼ਾਮ ਦੇ ਟਾਈਮ ਸ਼ਾਮ ਦੇ ਟਾਈਮ। ਜੀ। ਅੱਛਾ, ਇਸ ਤੋਂ ਇਲਾਵਾ ਜਿਹੜੇ ਡੰਗਰਾਂ ਨੂੰ ਬਾਦੀ ਹੁੰਦੀ ਹੈ ਉਹਨਾਂ ਨੂੰ ਕੀ ਦੇਣਾ ਚਾਹੀਦਾ ਹੈ? ਬਾਦੀ ਇਹ ਮਿਰਚ ਤੋਂ ਇਲਾਵਾ ਹੋਰ ਕੋਈ ਸ਼ੈ ਨਹੀਂ ਬਾਦੀ ਕੋਲ। ਇਸ ਤੋਂ ਇਲਾਵਾ ਤੁਸੀਂ ਆਪਣੇ ਜਾਨਵਰਾਂ ਦਾ ਕੋਈ ਐਸਾ ਦੇਸੀ ਇਲਾਜ ਜਿਹੜਾ ਖੁਦ ਕਰ ਸਕਦੇ ਹੋ? ਖੁਦ ਅਸੀਂ ਇਹੀ ਕਰਦੇ ਆ, ਮਿਰਚ ਸ਼ਰਚ ਦਾ ਇਲਾਜ ਕਰਦੇ ਜੀ। ਇਸ ਤੋਂ ਇਲਾਵਾ ਹੋਰ ਹਾਂ ਤੇ ਕਦੀ ਸੱਦਿਆ ਨਹੀਂ ਨਾ ਕੋਈ। ਅੱਛਾ ਸਰ, ਬੜਾ ਅਹਿਮ ਸਵਾਲ ਪੁੱਛਣ ਲੱਗਾ। ਇਹ ਦੱਸੋ ਕਿ ਜ਼ਮੀਨ ਤੁਹਾਡੀ ਆਪਣੀ ਹੈ, ਚਾਰਾ ਘਰ ਦਾ ਹੈ, ਵੰਡਾ ਵਗੈਰਾ ਤੁਸੀਂ ਮੁੱਲ ਲੈਂਦੇ ਹੋ। ਮੁੱਲ ਲੈਂਦੇ। ਅਗਰ ਚਾਰਾ ਘਰ ਦਾ ਹੋਏ, ਵੰਡਾ ਬਾਜ਼ਾਰੋਂ ਬੰਦਾ ਲੇ ਤੇ ਇੱਕ ਮੈਂ ਉੱਤੇ ਕਿੰਨਾ ਖਰਚਾ ਆ ਜਾਂਦਾ ਹੈ? ਚਾਰਾ ਜੇ ਲਿਓ ਨਾ ਮੁੱਲ ਤੁਸੀਂ ਤੇ ਫਿਰ ਤੇ ਇਹਦੀ ਬਚਤ ਕੋ ਨਹੀਂ। ਘਰ ਦਾ ਇਹ ਮਹਿਸੂਸ ਨਹੀਂ ਹੁੰਦਾ। ਕਮ ਸੋ ਕਮ ਜਿਹੜਾ ਨਾ ਮੱਝ ਉਹ ਰੁਪਈਆ 700-800 ਖਾ ਜਾਂਦੀ ਹੈ ਰੋਜ਼ਾਨਾ ਦਾ। 300-400 ਤੋਂ ਮਨ ਪੱਠੇ ਨੇ। ਤੂੜੀ ਇਹ ਉਹ 600 ਤੋਂ ਮਨ ਹੈ। ਜਿਹੜੀ ਹਲਕੀ ਹੈ ਜੇ ਸੁਥਰੀ ਲਓ 700 ਤੋਂ ਮਨ। ਠੀਕ ਹੈ। ਤੇ ਇਹ ਵੇ ਹੁਣ ਜਿਹਨੇ ਮੁੱਲ ਕਰਨਾ ਨਾ ਲੈ ਕੇ ਉਹ ਘਟ ਜਾ ਰਿਹਾ। ਅੱਛਾ, ਨਹੀਂ ਵਾਰੀ ਚਾਹੁੰਦਾ। ਠੀਕ ਹੈ ਜੀ। ਤੇ ਅਗਰ ਇਹ ਪੱਠੇ ਘਰ ਦੇ ਨੇ ਤੇ ਫਿਰ ਕਿੰਨਾ ਖਰਚਾ ਹੈ? ਫਿਰ ਇਹ ਸਮਝ ਲਓ ਅੱਧ ਪੱਚਾ ਖਰਚਾ ਆ ਗਿਆ, ਅੱਧਾ ਕੋਈ ਵੱਧ ਜਾਂਦਾ ਬੰਦੇ ਨੂੰ। ਇਹ ਚੀਜ਼ ਹੋ ਜਾਂਦੀ ਹੈ, ਉਹਨੂੰ ਮਹਿਸੂਸ ਨਹੀਂ ਹੁੰਦਾ। ਉਹ ਜੇ ਪੱਠਿਆਂ ਦਾ ਹਿਸਾਬ ਲਾਈਏ ਤੇ ਫਿਰ ਉਹ ਜਿਹੜਾ ਨਾ ਫਿਰ ਇਹ ਪੂਰੀ ਕੰਮ ਹੁੰਦਾ। ਸਮਝ ਆਈ ਜੀ? ਜੀ। ਚੀਜ਼ ਹੁੰਦਾ। ਮਾਸ਼ਾਅੱਲਾ, ਕਾਫੀ ਕੀਮਤੀ ਗੱਲਾਂ ਦੱਸੀਆਂ ਨੇ। ਜਿਹੜੇ ਦੋਸਤ ਆ ਵੀਡੀਓ ਵੇਖਦੇ ਨੇ ਪਏ, ਜੀ ਜੀ, ਉਹਨਾਂ ਦਾ ਜ਼ੇਨ ਹੈ ਜਾਨਵਰਾਂ ਦਾ ਕਾਰੋਬਾਰ ਸ਼ੁਰੂ ਕਰਨਾ। ਯਾਰੋਂ ਦਾ ਕਰਨਾ ਹੈ ਤੇ ਉਹ ਮੇਰੇ ਵਾਸਤੇ ਉਹਨਾਂ ਵਾਸਤੇ ਮਸ਼ਵਰਾ ਇਹ ਹੀ ਹੈ ਕਿ ਉਹ ਖੰਗਲੇ ਡੰਗਰ ਲੈਣ, ਸੂਣ ਵਾਲੇ ਹੋਣ, ਉਹ ਤਿਆਰ ਕਰਕੇ ਤੇ ਵੇਚ ਛੱਡਣ। ਉਹਨਾਂ ਦੀ ਇਹ ਵੇ ਬਚਤ ਆ ਜੇ। ਯਾਨੀ ਦੁੱਧ ਦਾ ਕਾਰੋਬਾਰ ਨਾ ਕਰਨ। ਦੁੱਧ ਦਾ ਕਾਰੋਬਾਰ 'ਚ ਕੋਈ ਬਚਤ ਨਹੀਂ। ਅੱਛਾ, ਝੋਟੀਆਂ ਵੱਲ ਲਵਾ ਕੇ ਉਹਨਾਂ ਨੂੰ ਉਹਦਾ ਵੇਖੋ ਨਾ ਰੇਟ ਕੋਈ ਨਹੀਂ। 100 ਰੁਪਏ ਕਿਲੋ ਰੇਟ ਹੈ, ਦੁਕਾਨਾਂ ਦੇ 100, ਅੱਗੋਂ ਡੇਰਿਆਂ ਦੇ 100। ਇਹਦੇ ਬਚਤ ਕੀ ਆ ਸਕਦੀ? 2.5-3 ਲੱਖ ਦੀ ਮੱਝ ਬੰਦਾ ਲਏ, 100 ਰੁਪਏ ਕਿਲੋ ਦੁੱਧ ਦੇ 6-7 ਮਹੀਨੇ ਡੰਗਰ ਦੁੱਧ ਦਿੰਦਾ ਤੇ ਅੱਗੋਂ ਕੀ ਕਰੇਗਾ? ਅੱਗੋਂ ਤਾਂ ਫਿਰ ਪੱਲੇ ਹੀ ਪਾਣਾ। ਜੀ ਅੰਕਲ ਜੀ, ਬਹੁਤ ਸ਼ੁਕਰੀਆ। ਮਾਸ਼ਾਅੱਲਾ, ਬਹੁਤ ਕੀਮਤੀ ਤੁਹਾਨੂੰ ਗੱਲਾਂ ਦੱਸੀਆਂ ਨੇ। ਅੱਲਾ ਹਾਫਿਜ਼।